ਮੇਰਾ ਨਾਂ ਹਰਦੀਪ ਹੈ ਅਤੇ ਮੇਰੀ ਪਤਨੀ ਦਾ ਨਾਂ ਸੀਮਾ ਹੈ। ਮੇਰੀ ਪਤਨੀ ਦਾ ਸੰਬੰਧ ਉਸ ਥਾਂ ਨਾਲ ਹੈ ਜਿੱਥੇ ਅਕਸਰ ਸ਼ਰੀਫ ਲੋਕ ਜਾਣਾ ਪਸੰਦ ਨਹੀਂ ਕਰਦੇ, ਪਰ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਮੈਂ ਇੱਕ ਸ਼ਰੀਫ ਆਦਮੀ ਨਹੀਂ ਹਾਂ। ਬਸ ਮੈਂ ਦਿਲ ਦੇ ਹੱਥੋਂ ਮਜਬੂਰ ਸੀ। ਕਿਸੇ ਨੂੰ ਪਾਪ ਦੀ ਜ਼ਿੰਦਗੀ ਵਿੱਚੋਂ ਕੱਢ ਕੇ ਇੱਜ਼ਤ ਦੇਣਾ ਕਿਹੜਾ ਪਾਪ ਹੈ। ਇੱਕ ਵਾਰ ਮੇਰੇ ਕੁਝ ਦੋਸਤ ਜਿੱਦ ਕਰਕੇ ਮੈਨੂੰ ਮੁੰਬਈ ਦੀਆਂ ਉਹਨਾਂ ਗਲੀਆਂ ਵਿੱਚ ਲੈ ਗਏ ਜਿੱਥੇ ਸਿਰਫ ਹੁਸਨ ਹੀ ਹੁਸਨ ਹੈ। ਹਰ ਚੁਬਾਰੇ 'ਤੇ ਕੋਈ ਨਾ ਕੋਈ ਖੂਬਸੂਰਤ ਪਰੀ ਝਾਕ ਕੇ ਆਪਣੇ ਆਪ ਨੂੰ ਦੇਖ ਰਹੀ ਸੀ ਅਤੇ ਇੰਜ ਲੱਗ ਰਿਹਾ ਸੀ ਜਿਵੇਂ ਹਰ ਕਿਸੇ ਨੂੰ ਆਪਣੀਆਂ ਅਦਾਵਾਂ ਦਿਖਾ ਕੇ ਆਪਣੇ ਵੱਲ ਖਿੱਚ ਰਹੀ ਹੋਵੇ। ਮੈਂ ਉੱਥੇ ਗਿਆ ਤਾਂ ਸਿਰਫ ਆਪਣੇ ਦੋਸਤਾਂ ਦੇ ਕਹਿਣ 'ਤੇ ਹੀ ਸੀ, ਪਰ ਜਦੋਂ ਸੀਮਾ ਨਾਮ ਦੀ ਇੱਕ ਕੋਠੇ 'ਤੇ ਨੱਚਣ ਵਾਲੀ ਮੈਨੂੰ ਸ਼ਰਾਬ ਪੇਸ਼ ਕਰਨ ਆਈ ਤਾਂ ਮੈਂ ਉਸਨੂੰ ਦੇਖ ਕੇ ਦੰਗ ਰਹਿ ਗਿਆ। ਮੈਨੂੰ ਇੰਜ ਲੱਗਿਆ ਜਿਵੇਂ ਆਸਮਾਨ ਤੋਂ ਕੋਈ ਪਰੀ ਉਤਰ ਕੇ ਨੀਚੇ ਆ ਗਈ ਹੋਵੇ। ਮੈਂ ਤਾਂ ਉਸਦੀਆਂ ਅੱਖਾਂ ਵਿੱਚ ਹੀ ਗੁੰਮ ਹੋ ਗਿਆ। ਫਿਰ ਇੰਜ ਹੋਣ ਲੱਗਿਆ ਕਿ ਮੈਂ ਆਪਣੇ ਦੋਸਤਾਂ ਨੂੰ ਬਿਨਾਂ ਦੱਸੇ ਹੀ ਉਸ ਇਲਾਕੇ ਵਿੱਚ ਜਾਂਦਾ ਰਿਹਾ। ਮੈਂ ਹਰ ਰਾਤ ਸੀਮਾ ਦਾ ਡਾਂਸ ਦੇਖਣ ਜਾਂਦਾ ਸੀ, ਕਿਉਂਕਿ ਮੈਂ ਕਰੋੜਪਤੀ ਬਾਪ ਦਾ ਇਕਲੌਤਾ ਮੁੰਡਾ ਸੀ, ਇਸ ਲਈ ਮੈਨੂੰ ਪੈਸੇ ਦੀ ਕੋਈ ਕਮੀ ਨਹੀਂ ਸੀ। ਮੈਂ ਹਰ ਰਾਤ ਸੀਮਾ 'ਤੇ ਨੋਟਾਂ ਦੀ ਬਾਰਿਸ਼ ਕਰ ਦਿੰਦਾ ਸੀ। ਉਸ ਕੋਠੇ ਦੀ ਮਾਲਕਣ ਸਵੀਤਾ ਨਾਮ ਦੀ ਇੱਕ ਔਰਤ ਸੀ। ਉਹ ਮੇਰੇ ਤੋਂ ਬਹੁਤ ਪ੍ਰਭਾਵਿਤ ਹੋ ਚੁੱਕੀ ਸੀ। ਇੱਕ ਦਿਨ ਮੈਂ ਦੁਪਹਿਰ ਦੇ 2 ਵਜੇ ਹੀ ਕੋਠੇ 'ਤੇ ਚਲਾ ਗਿਆ ਅਤੇ ਉਸ ਕੋਠੇ ਦੀ ਮਾਲਕਣ ਨੂੰ ਰਿਕੁਐਸਟ ਕੀਤੀ ਮੈਨੂੰ ਸੀਮਾ ਨਾਲ ਮਿਲਵਾ ਦੇਵੇ। ਮੈਂ ਉਸਦੇ ਸਾਹਮਣੇ ਨੋਟਾਂ ਦੀ ਗੱਡੀ ਰੱਖ ਦਿੱਤੀ ਤਾਂ ਉਹ ਖੁਸ਼ ਹੋ ਕੇ ਬੋਲੀ, ਮੈਂ ਹੁਣੇ ਤੁਹਾਡੀ ਮੁਲਾਕਾਤ ਸੀਮਾ ਨਾਲ ਕਰਵਾ ਦਿੰਦੀ ਹਾਂ। ਥੋੜ੍ਹੀ ਦੇਰ ਬਾਅਦ ਸੀਮਾ ਉੱਥੇ ਆ ਗਈ। ਉਹ ਸਜੀ ਸੰਵਰੀ ਸਿੱਧੇ ਮੇਰੇ ਦਿਲ ਵਿੱਚ ਹੀ ਉਤਰ ਰਹੀ ਸੀ। ਮੈਂ ਬਹੁਤ ਦੇਰ ਤੱਕ ਉੱਥੇ ਬੈਠਾ ਰਿਹਾ ਅਤੇ ਸੀਮਾ ਦੇ ਨਾਲ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਰਿਹਾ। ਸੀਮਾ ਇੱਕ ਬੁੱਧੀਮਾਨ ਅਤੇ ਸਮਝਦਾਰ ਕੁੜੀ ਸੀ। ਉਸਦੀਆਂ ਗੱਲਾਂ ਬਹੁਤ ਡੂੰਘੀਆਂ ਮਹਿਸੂਸ ਹੋ ਰਹੀਆਂ ਸਨ। ਉਸਦੀ ਕੰਪਨੀ ਵਿੱਚ ਕੋਈ ਵੀ ਬੋਰ ਨਹੀਂ ਹੋ ਸਕਦਾ ਸੀ। ਹੁਣ ਮੈਂ ਆਪਣਾ ਇਹ ਰੂਲ ਬਣਾ ਲਿਆ ਕਿ ਮੈਂ ਹਰ ਰੋਜ਼ ਦੁਪਹਿਰ 2 ਵਜੇ ਸੀਮਾ ਨੂੰ ਮਿਲਣ ਜਾਂਦਾ ਸੀ। ਸਾਡੀ ਦੋਵਾਂ ਦੀ ਬਹੁਤ ਚੰਗੀ ਦੋਸਤੀ ਹੋ ਗਈ ਸੀ, ਪਰ ਮੇਰਾ ਦਿਲ ਗਵਾਹੀ ਦੇ ਰਿਹਾ ਸੀ ਕਿ ਮੇਰੇ ਦਿਲ ਵਿੱਚ ਦੋਸਤੀ ਤੋਂ ਵੱਧ ਕੇ ਵੀ ਉਸ ਲਈ ਕੁਝ ਹੈ। ਇੱਕ ਦਿਨ ਮੈਂ ਸੀਮਾ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰ ਹੀ ਦਿੱਤਾ। ਮੈਂ ਉਸਨੂੰ ਕਿਹਾ ਕਿ ਉਹ ਡਾਂਸ ਵਗੈਰਾ ਛੱਡ ਦੇਵੇ। ਮੇਰੀ ਇਸ ਗੱਲ 'ਤੇ ਉਹ ਮੇਰੇ ਸਾਹਮਣੇ ਰੋਣ ਲੱਗ ਪਈ। ਉਸਨੇ ਕਿਹਾ, ਇੱਥੇ ਕੋਠੇ 'ਤੇ ਨੱਚਣ ਵਾਲੀ ਹਰ ਕੁੜੀ ਦੀ ਇਹੀ ਇੱਛਾ ਹੈ ਕਿ ਉਹ ਇਸ ਪਾਪ ਦੀ ਜ਼ਿੰਦਗੀ ਨੂੰ ਛੱਡ ਕੇ ਆਪਣਾ ਇੱਕ ਘਰ ਵਸਾਏ, ਪਰ ਸਾਡੇ ਵਰਗੀਆਂ ਕੁੜੀਆਂ ਨਾਲ ਕੌਣ ਵਿਆਹ ਕਰਦਾ ਹੈ। ਫਿਰ ਸਾਨੂੰ ਆਪਣਾ ਢਿੱਡ ਵੀ ਤਾਂ ਭਰਨਾ ਪੈਂਦਾ ਹੈ। ਬਸ ਅਸੀਂ ਸਭ ਮਜਬੂਰ ਹਾਂ ਅਤੇ ਮਜਬੂਰੀ ਕਰਕੇ ਹੀ ਇਹ ਸਭ ਕੁਝ ਕਰ ਰਹੀਆਂ ਹਾਂ। ਮੈਂ ਉਸਨੂੰ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਇਹ ਗੱਲ ਸੁਣ ਕੇ ਉਹ ਬਹੁਤ ਖੁਸ਼ ਹੋਈ ਅਤੇ ਮੇਰੇ ਪੈਰਾਂ ਵਿੱਚ ਬੈਠ ਕੇ ਬੋਲੀ, ਜੇਕਰ ਤੁਸੀਂ ਮੈਨੂੰ ਵਿਆਹ ਕੇ ਇੱਥੋਂ ਲੈ ਜਾਓਗੇ ਤਾਂ ਮੈਂ ਸਾਰੀ ਜ਼ਿੰਦਗੀ ਤੁਹਾਡੀ ਪਤਨੀ ਨਹੀਂ ਬਲਕਿ ਨੌਕਰਾਣੀ ਬਣ ਕੇ ਰਹਾਂਗੀ। ਤੁਹਾਡਾ ਹਰ ਹੁਕਮ ਮੇਰੇ ਸਿਰ ਮੱਥੇ ਹੋਵੇਗਾ। ਤੁਸੀਂ ਜਿਵੇਂ ਕਹੋਗੇ ਮੈਂ ਉਸੇ ਤਰ੍ਹਾਂ ਹੀ ਕਰਾਂਗੀ। ਮੈਂ ਬਹੁਤ ਖੁਸ਼ ਹੋਇਆ। ਮੈਂ ਅਤੇ ਸੀਮਾ ਇਸ ਰਿਸ਼ਤੇ ਤੋਂ ਰਾਜ਼ੀ ਸੀ, ਪਰ ਅੱਗੇ ਦਾ ਰਸਤਾ ਬਹੁਤ ਔਖਾ ਸੀ। ਸਵੀਤਾ ਸੀਮਾ ਵਰਗੇ ਹੀਰੇ ਨੂੰ ਆਪਣੇ ਹੱਥਾਂ ਤੋਂ ਜਾਣ ਨਹੀਂ ਦੇਣਾ ਚਾਹੁੰਦੀ ਸੀ। ਉੱਧਰ ਮੇਰੇ ਮਾਂ-ਬਾਪ ਇੱਕ ਨੱਚਣ ਵਾਲੀ ਨੂੰ ਆਪਣੀ ਬਹੂ ਨਹੀਂ ਬਣਾਉਣਾ ਚਾਹੁੰਦੇ ਸਨ। ਮੈਂ ਸਵੀਤਾ ਦੇ ਸਾਹਮਣੇ 7 ਲੱਖ ਦਾ ਚੈੱਕ ਰੱਖ ਦਿੱਤਾ ਤਾਂ ਉਸਦਾ ਮੂੰਹ ਬੰਦ ਹੋ ਗਿਆ। ਮੈਂ ਸੀਮਾ ਨਾਲ ਵਿਆਹ ਕਰਕੇ ਉਸਨੂੰ ਇੱਕ ਅਪਾਰਟਮੈਂਟ ਵਿੱਚ ਲੈ ਗਿਆ। ਮੈਂ ਸੋਚਿਆ ਸੀ ਕਿ ਕੁਝ ਸਮਾਂ ਲੰਘ ਜਾਵੇਗਾ ਤਾਂ ਮੈਂ ਸੀਮਾ ਨੂੰ ਆਪਣੇ ਮਾਂ-ਬਾਪ ਨਾਲ ਮਿਲਾ ਦੇਵਾਂਗਾ। ਇੱਕ ਵਾਰ ਜਦੋਂ ਮੇਰਾ ਸੀਮਾ ਨਾਲ ਵਿਆਹ ਹੋ ਜਾਵੇਗਾ ਤਾਂ ਮੇਰੇ ਮਾਂ-ਬਾਪ ਵੀ ਮੇਰਾ ਫੈਸਲਾ ਮੰਨਣ ਲਈ ਮਜਬੂਰ ਹੋ ਜਾਣਗੇ। ਮੈਂ ਉਹਨਾਂ ਦਾ ਇਕਲੌਤਾ ਮੁੰਡਾ ਸੀ। ਉਹ ਮੈਨੂੰ ਬਹੁਤ ਪਿਆਰ ਕਰਦੇ ਸਨ। ਅਸੀਂ ਦੋਵਾਂ ਨੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਦਿੱਤੀ। ਅਸੀਂ ਇੱਕ ਦੂਜੇ ਨਾਲ ਬਹੁਤ ਖੁਸ਼ ਸੀ। ਸਾਡੀ ਜ਼ਿੰਦਗੀ ਬਹੁਤ ਵਧੀਆ ਗੁਜ਼ਰ ਰਹੀ ਸੀ, ਪਰ ਫਿਰ ਇੱਕ ਦਿਨ ਉਹ ਹੋ ਗਿਆ ਜਿਸ ਬਾਰੇ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਮੈਂ ਆਫਿਸ ਵਿੱਚ ਸੀ। ਸੀਮਾ ਨੇ ਫੋਨ ਕਰਕੇ ਮੇਰੇ ਤੋਂ ਮਾਰਕੀਟ ਜਾਣ ਬਾਰੇ ਪੁੱਛਿਆ, ਪਰ ਉਹ ਵਾਪਸ ਨਾ ਆਈ। ਮੈਂ ਬਹੁਤ ਪਰੇਸ਼ਾਨ ਹੋ ਰਿਹਾ ਸੀ ਕਿ ਆਖਿਰ ਉਹ ਕਿੱਥੇ ਚਲੀ ਗਈ। ਪਰ ਫਿਰ ਥੋੜ੍ਹੀ ਦੇਰ ਬਾਅਦ ਹੀ ਮੈਨੂੰ ਹਸਪਤਾਲ ਤੋਂ ਫੋਨ ਆਇਆ ਅਤੇ ਮੈਨੂੰ ਦੱਸਿਆ ਗਿਆ ਕਿ ਮੇਰੀ ਪਤਨੀ ਦਾ ਐਕਸੀਡੈਂਟ ਹੋ ਗਿਆ ਹੈ। ਇਹ ਸੁਣ ਕੇ ਮੈਨੂੰ ਕੁਝ ਹੋਸ਼ ਹੀ ਨਹੀਂ ਰਿਹਾ ਅਤੇ ਮੈਂ ਤੁਰੰਤ ਹਸਪਤਾਲ ਪਹੁੰਚਿਆ।
ਡਾਕਟਰ ਨੇ ਮੈਨੂੰ ਦੱਸਿਆ ਕਿ ਤੁਹਾਡੀ ਪਤਨੀ ਕੋਮਾ ਵਿੱਚ ਚਲੀ ਗਈ ਹੈ। ਹੁਣ ਕੁਝ ਨਹੀਂ ਕਿਹਾ ਜਾ ਸਕਦਾ ਕਿ ਇਹਨਾਂ ਨੂੰ ਕਦੋਂ ਹੋਸ਼ ਆਵੇਗਾ। ਇਹ ਸੁਣ ਕੇ ਮੈਂ ਬਹੁਤ ਰੋਇਆ। ਇਹ ਸਭ ਕੁਝ ਇੰਨਾ ਅਚਾਨਕ ਹੋਇਆ ਸੀ ਕਿ ਮੈਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ। ਮੈਂ ਹਸਪਤਾਲ ਦੇ ਬੈਂਚ 'ਤੇ ਬੈਠਾ ਬਹੁਤ ਦੇਰ ਤੱਕ ਰੋਂਦਾ ਰਿਹਾ। ਸਾਡੀ ਖੁਸ਼ੀਆਂ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਸੀ। ਹਾਲੇ ਤਾਂ ਅਸੀਂ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ ਅਤੇ ਇੰਨਾ ਵੱਡਾ ਦੁੱਖ ਮੈਨੂੰ ਅੰਦਰ ਤੱਕ ਤੋੜ ਗਿਆ ਸੀ। ਮੈਂ ਸਾਰਾ ਦਿਨ ਰੋਂਦਾ ਰਹਿੰਦਾ ਸੀ। ਜਦੋਂ ਮੇਰੀ ਹਾਲਤ ਵਿੱਚ ਕੋਈ ਸੁਧਾਰ ਨਾ ਹੋਇਆ ਤਾਂ ਮੈਂ ਆਪਣੇ ਮਾਂ-ਬਾਪ ਕੋਲ ਪਿੰਡ ਚਲਾ ਗਿਆ। ਮੇਰੇ ਪਾਪਾ ਬਹੁਤ ਵੱਡੇ ਜ਼ਮੀਂਦਾਰ ਸਨ। ਉਹ ਮੈਨੂੰ ਦੇਖ ਕੇ ਬਹੁਤ ਖੁਸ਼ ਹੋਏ। ਉਹਨਾਂ ਨੇ ਕਿਹਾ ਕਿ ਸ਼ੁਕਰ ਹੈ ਤੂੰ ਆ ਗਿਆ, ਹੁਣ ਤੂੰ ਆਪ ਹੀ ਸਾਰਾ ਕੰਮ-ਕਾਰ ਸੰਭਾਲ। ਸਾਡੇ ਵਿੱਚ ਇੰਨੀ ਤਾਕਤ ਨਹੀਂ ਰਹੀ ਕਿ ਅਸੀਂ ਇੰਨੀ ਜ਼ਮੀਨ ਦੀ ਰਖਵਾਲੀ ਕਰ ਸਕੀਏ। ਮੈਂ ਆਪਣੇ ਪਾਪਾ ਦੇ ਗਲੇ ਲੱਗ ਕੇ ਰੋਣ ਲੱਗਿਆ। ਮੈਂ ਆਪਣੇ ਮੰਮੀ ਪਾਪਾ ਨੂੰ ਦੱਸਿਆ ਕਿ ਮੈਂ ਸੀਮਾ ਨਾਲ ਚੋਰੀ ਛਿਪੇ ਵਿਆਹ ਕਰ ਲਿਆ ਸੀ। ਸਾਡੇ ਵਿਆਹ ਨੂੰ ਹਲੇ 2 ਮਹੀਨੇ ਹੀ ਹੋਏ ਸਨ ਕਿ ਉਸਦਾ ਐਕਸੀਡੈਂਟ ਹੋ ਗਿਆ ਅਤੇ ਹੁਣ ਉਹ ਕੋਮਾ ਵਿੱਚ ਹੈ। ਮੇਰੀ ਗੱਲ ਸੁਣ ਕੇ ਮੇਰੇ ਮਾਂ-ਬਾਪ ਬਹੁਤ ਪਰੇਸ਼ਾਨ ਹੋ ਗਏ। ਮੈਂ ਆਪਣੇ ਪਾਪਾ ਨੂੰ ਆਪਣੀ ਮਜਬੂਰੀ ਦੱਸੀ ਕਿ ਮੈਂ ਉਸ ਨੂੰ ਹਸਪਤਾਲ ਵਿੱਚ ਇਕੱਲਾ ਨਹੀਂ ਛੱਡ ਸਕਦਾ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਪ੍ਰਮਾਤਮਾ ਨੂੰ ਅਰਦਾਸ ਕਰੋ ਕਿ ਮੇਰੀ ਪਤਨੀ ਜਲਦੀ ਠੀਕ ਹੋ ਜਾਵੇ ਅਤੇ ਉਹਨਾਂ ਨਾਲ ਵਾਅਦਾ ਕੀਤਾ ਕਿ ਜਦੋਂ ਸੀਮਾ ਠੀਕ ਹੋ ਜਾਵੇਗੀ ਤਾਂ ਮੈਂ ਪਿੰਡ ਵਾਪਸ ਆ ਜਾਵਾਂਗਾ। ਮੇਰੇ ਮੰਮੀ ਪਾਪਾ ਮੇਰੀ ਗੱਲ ਮੰਨ ਗਏ ਅਤੇ ਫਿਰ ਮੈਂ ਵਾਪਸ ਸ਼ਹਿਰ ਆ ਗਿਆ। ਸੀਮਾ 2 ਹਫ਼ਤਿਆਂ ਤੋਂ ਕੋਮਾ ਵਿੱਚ ਸੀ। ਮੈਂ ਹਰ ਰੋਜ਼ ਹਸਪਤਾਲ ਦੀ ਬੈਂਚ 'ਤੇ ਘੰਟਿਆਂ ਤੱਕ ਬੈਠਾ ਰਹਿੰਦਾ, ਪਰ ਡਾਕਟਰ ਮੈਨੂੰ ਸੀਮਾ ਨਾਲ ਮਿਲਣ ਨਹੀਂ ਦਿੰਦੇ ਸਨ। ਉਹ ਕਹਿੰਦੇ ਕਿ ਮਰੀਜ਼ ਕੋਲ ਅਸੀਂ ਕਿਸੇ ਨੂੰ ਵੀ ਜ਼ਿਆਦਾ ਦੇਰ ਤੱਕ ਰਹਿਣ ਨਹੀਂ ਦੇ ਸਕਦੇ। ਡਾਕਟਰ ਮੈਨੂੰ ਹਰ ਰੋਜ਼ ਸਿਰਫ 10 ਮਿੰਟ ਲਈ ਹੀ ਸੀਮਾ ਕੋਲ ਜਾਣ ਦਿੰਦੇ ਸਨ। ਮੈਂ ਜਿਵੇਂ ਹੀ ਉਸ ਕੋਲ ਜਾਂਦਾ ਤਾਂ ਰੋ ਕੇ ਉਸ ਨੂੰ ਕਹਿੰਦਾ, ਸੀਮਾ ਤੂੰ ਠੀਕ ਕਿਉਂ ਨਹੀਂ ਹੁੰਦੀ? ਤੂੰ ਜਲਦੀ ਠੀਕ ਹੋ ਜਾ। ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ। ਮੈਨੂੰ ਲੱਗਦਾ ਸੀ ਜਿਵੇਂ ਉਹ ਮੇਰੀਆਂ ਗੱਲਾਂ ਸੁਣ ਲਵੇਗੀ ਅਤੇ ਉਹ ਠੀਕ ਹੋ ਜਾਵੇਗੀ। ਮੈਂ ਉਸ ਨੂੰ ਬਸ ਇੰਨਾ ਹੀ ਕਹਿੰਦਾ ਰਹਿੰਦਾ ਸੀ ਕਿ ਸੀਮਾ ਤੂੰ ਜਲਦੀ ਠੀਕ ਹੋ ਜਾ। ਮੈਂ ਮੰਮੀ ਪਾਪਾ ਨੂੰ ਵੀ ਮਨਾ ਲਿਆ ਹੈ, ਪਰ ਉਹ ਨਾ ਉੱਠਦੀ ਸੀ ਅਤੇ ਨਾ ਹੀ ਕੁਝ ਬੋਲਦੀ ਸੀ। ਅੱਜ ਜਦੋਂ ਮੈਂ ਸੀਮਾ ਨੂੰ ਮਿਲਣ ਗਿਆ ਤਾਂ ਮੈਂ ਦੇਖਿਆ ਕਿ ਉਸਨੇ ਹਸਪਤਾਲ ਵਾਲੇ ਕੱਪੜੇ ਨਹੀਂ ਪਾਏ ਹੋਏ ਸਨ। ਮੈਂ ਇੱਕ ਨਰਸ ਨੂੰ ਪੁੱਛਿਆ ਤਾਂ ਉਹ ਬੋਲੀ, ਮਰੀਜ਼ ਹਸਪਤਾਲ ਦੇ ਕੱਪੜਿਆਂ ਤੋਂ ਤੰਗ ਹੋ ਜਾਂਦਾ ਹੈ। ਹੁਣ ਅਸੀਂ ਹਰ ਰੋਜ਼ ਤੁਹਾਡੀ ਪਤਨੀ ਦੇ ਕੱਪੜੇ ਬਦਲ ਦਿਆ ਕਰਾਂਗੇ ਤਾਂ ਜੋ ਇਹ ਜਲਦੀ ਠੀਕ ਹੋ ਜਾਵੇ। ਮੈਨੂੰ ਇਹਨਾਂ ਗੱਲਾਂ ਦੀ ਜ਼ਿਆਦਾ ਸਮਝ ਨਹੀਂ ਸੀ, ਇਸ ਲਈ ਮੈਂ ਚੁੱਪਚਾਪ ਵਾਪਸ ਆ ਜਾਂਦਾ ਸੀ। ਪਰ ਹੁਣ ਮੈਂ ਨੋਟ ਕੀਤਾ ਸੀ ਕਿ ਸੀਮਾ ਦੇ ਕੱਪੜੇ ਹਰ ਰੋਜ਼ ਬਦਲੇ ਹੁੰਦੇ ਸਨ। ਉਸਨੇ ਜੋ ਵੀ ਕੱਪੜੇ ਪਾਏ ਹੁੰਦੇ ਸਨ ਉਹ ਬਿਲਕੁਲ ਵੀ ਆਮ ਕੱਪੜੇ ਨਹੀਂ ਸਨ, ਉਹ ਬਹੁਤ ਮਹਿੰਗੇ ਕੱਪੜੇ ਹੁੰਦੇ ਸਨ। ਇਹ ਗੱਲ ਮੇਰੀ ਸਮਝ ਤੋਂ ਬਾਹਰ ਸੀ ਕਿ ਹਸਪਤਾਲ ਵਾਲੇ ਆਪਣੇ ਕੋਲੋਂ ਕੱਪੜੇ ਸਿਲਵਾ ਕੇ ਮਰੀਜ਼ ਨੂੰ ਪਵਾਉਂਦੇ ਸਨ। ਫਿਰ ਮੈਂ ਦੇਖਿਆ ਕਿ ਸੀਮਾ ਦੇ ਚਿਹਰੇ 'ਤੇ ਥੋੜ੍ਹੇ ਮੇਕਅਪ ਦੇ ਨਿਸ਼ਾਨ ਵੀ ਹੁੰਦੇ ਸਨ, ਜਿਵੇਂ ਉਸਦੇ ਚਿਹਰੇ ਤੋਂ ਮੇਕਅਪ ਸਾਫ਼ ਕੀਤਾ ਹੋਵੇ। ਮੈਨੂੰ ਬੜੀ ਹੈਰਾਨੀ ਹੋਈ। ਮੈਂ ਨਰਸ ਨੂੰ ਪੁੱਛਿਆ, ਚਲੋ ਕੱਪੜੇ ਤਾਂ ਤੁਸੀਂ ਬਦਲ ਲੈਂਦੇ ਹੋ, ਪਰ ਇਹ ਚਿਹਰੇ 'ਤੇ ਮੇਕਅਪ ਦੇ ਨਿਸ਼ਾਨ ਕਿੱਥੋਂ ਆਉਂਦੇ ਹਨ? ਆਖਰ ਇਹ ਸਭ ਕੁਝ ਕੀ ਹੈ? ਮੈਂ ਦੇਖਿਆ ਕਿ ਨਰਸ ਮੇਰੇ ਸਵਾਲਾਂ ਤੋਂ ਘਬਰਾ ਗਈ ਸੀ। ਹੁਣ ਮੈਨੂੰ ਸੀਮਾ ਦੀ ਬਹੁਤ ਫਿਕਰ ਹੋਣ ਲੱਗੀ ਸੀ। ਮੈਨੂੰ ਡਰ ਲੱਗ ਰਿਹਾ ਸੀ ਕਿ ਕਿਤੇ ਉਸ ਨਾਲ ਕੁਝ ਗਲਤ ਤਾਂ ਨਹੀਂ ਹੋ ਰਿਹਾ। ਇਸ ਲਈ ਮੈਂ ਸੋਚਿਆ ਕਿ ਮੈਂ ਹੁਣ ਉਸ ਹਸਪਤਾਲ ਦੀ ਅਸਲੀਅਤ ਜਾਣ ਕੇ ਹੀ ਰਹਾਂਗਾ। ਮੈਂ ਉਸ ਹਸਪਤਾਲ ਦੇ ਬਾਰੇ ਵਿੱਚ ਬਹੁਤ ਛਾਣਬੀਣ ਕੀਤੀ, ਪਰ ਹਰ ਪਾਸੇ ਤੋਂ ਮੈਨੂੰ ਚੰਗਾ ਜਵਾਬ ਹੀ ਮਿਲਦਾ ਰਿਹਾ। ਪਰ ਫਿਰ ਮੇਰੀ ਪਤਨੀ ਨਾਲ ਇਹ ਸਭ ਕੁਝ ਕੀ ਹੋ ਰਿਹਾ ਸੀ? ਮੈਂ ਸ਼ਾਮ ਨੂੰ ਜਦੋਂ ਸੀਮਾ ਨੂੰ ਮਿਲਣ ਆਉਂਦਾ ਤਾਂ ਉਹ ਆਰਾਮ ਕਰ ਰਹੀ ਹੁੰਦੀ ਸੀ ਅਤੇ ਉਸਦੇ ਚਿਹਰੇ 'ਤੇ ਕਿਸੇ ਤਰ੍ਹਾਂ ਦਾ ਵੀ ਕੋਈ ਮੇਕਅਪ ਨਹੀਂ ਹੁੰਦਾ ਸੀ। ਪਰ ਜਦੋਂ ਸਵੇਰੇ ਆਫਿਸ ਜਾਣ ਤੋਂ ਪਹਿਲਾਂ ਮੈਂ ਸੀਮਾ ਨੂੰ ਦੇਖਣ ਆਉਂਦਾ ਤਾਂ ਉਸਦੇ ਕੱਪੜੇ ਵੀ ਬਦਲੇ ਹੁੰਦੇ ਸਨ ਅਤੇ ਉਸਦੇ ਚਿਹਰੇ 'ਤੇ ਮੇਕਅਪ ਦੇ ਨਿਸ਼ਾਨ ਵੀ ਹੁੰਦੇ ਸਨ। ਹੁਣ ਮੈਂ ਸੋਚ ਲਿਆ ਸੀ ਕਿ ਰਾਤ ਨੂੰ ਘਰ ਨਹੀਂ ਜਾਵਾਂਗਾ ਅਤੇ ਆਪ ਹੀ ਦੇਖਾਂਗਾ ਕਿ ਆਖਰ ਇਹ ਸਭ ਕੁਝ ਕੀ ਹੋ ਰਿਹਾ ਹੈ। ਮੈਂ ਸਾਰੀ ਰਾਤ ਬਾਹਰ ਕੁਰਸੀ 'ਤੇ ਬੈਠਾ ਰਿਹਾ ਕਿਉਂਕਿ ਮੈਨੂੰ ਡਾਕਟਰ ਨੇ ਸੀਮਾ ਦੇ ਕੋਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਸਾਰੀ ਰਾਤ ਗੁਜ਼ਰ ਗਈ ਪਰ ਕੁਝ ਵੀ ਅਜਿਹਾ ਨਹੀਂ ਹੋਇਆ ਜਿਸ ਉੱਤੇ ਸ਼ੱਕ ਕੀਤਾ ਜਾਵੇ। ਇੱਕ ਨਰਸ ਰਾਤ ਨੂੰ 3-4 ਵਾਰ ਸਾਰੇ ਮਰੀਜ਼ਾਂ ਨੂੰ ਚੈੱਕ ਕਰਨ ਜਾਂਦੀ ਸੀ ਅਤੇ ਉਹੀ ਸੀਮਾ ਦੇ ਕਮਰੇ ਵਿੱਚ ਵੀ ਉਸਨੂੰ ਚੈੱਕ ਕਰਨ ਜਾਂਦੀ ਸੀ ਤਾਂ ਮੈਨੂੰ ਆਰਾਮ ਮਿਲ ਜਾਂਦਾ ਸੀ। ਹੁਣ ਜਦੋਂ ਮੈਂ ਸਵੇਰੇ ਕਮਰੇ ਵਿੱਚ ਗਿਆ ਤਾਂ ਸੀਮਾ ਦੇ ਕੱਪੜੇ ਫੇਰ ਤੋਂ ਬਦਲੇ ਹੋਏ ਸਨ
ਅਤੇ ਉਸਦੇ ਚਿਹਰੇ 'ਤੇ ਮੇਕਅਪ ਦੇ ਨਿਸ਼ਾਨ ਵੀ ਸਨ। ਹੁਣ ਮੈਨੂੰ ਹੈਰਾਨੀ ਹੋਣ ਲੱਗੀ ਸੀ, ਇਸ ਲਈ ਮੈਂ ਕੁਝ ਹੋਰ ਕਰਨ ਬਾਰੇ ਸੋਚਿਆ। ਮੈਂ ਹਸਪਤਾਲ ਦੇ ਇੱਕ ਜੂਨੀਅਰ ਡਾਕਟਰ ਨੂੰ ਆਪਣੇ ਨਾਲ ਮਿਲਾ ਲਿਆ ਸੀ ਅਤੇ ਉਸਨੂੰ ਚੰਗੀ ਰਕਮ ਦੇ ਕੇ ਰਾਜ਼ੀ ਕਰ ਲਿਆ ਸੀ। ਹੁਣ ਮੈਨੂੰ ਰਾਤ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਸੀ। ਜਿਵੇਂ ਹੀ ਰਾਤ ਹੋਈ, ਮੈਂ ਉਸ ਜੂਨੀਅਰ ਡਾਕਟਰ ਦੀ ਡਰੈਸ ਪਾ ਲਈ। ਹੁਣ ਮੈਨੂੰ ਸੀਮਾ ਦੇ ਕਮਰੇ ਵਿੱਚ ਜਾਣ ਤੋਂ ਕਿਸੇ ਨੇ ਨਹੀਂ ਰੋਕਿਆ। ਜਦੋਂ ਮੈਂ ਉਸਦੇ ਕਮਰੇ ਵਿੱਚ ਜਾਣ ਲੱਗਿਆ ਤਾਂ ਇੱਕ ਨਰਸ ਭੱਜ ਕੇ ਮੇਰੇ ਕੋਲ ਆਈ ਅਤੇ ਮੈਨੂੰ ਅੰਦਰ ਜਾਣ ਤੋਂ ਰੋਕਣ ਲੱਗੀ। ਉਸਦੇ ਜਾਣ ਤੋਂ ਬਾਅਦ ਮੈਂ ਆਰਾਮ ਨਾਲ ਸੀਮਾ ਦੇ ਕਮਰੇ ਵਿੱਚ ਚਲਾ ਗਿਆ, ਪਰ ਇਹ ਕਿ ਮੇਰੇ ਤਾਂ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਸੀਮਾ ਦਾ ਬੈੱਡ ਖਾਲੀ ਸੀ, ਉਹ ਤਾਂ ਆਪਣੇ ਬੈੱਡ 'ਤੇ ਹੈ ਹੀ ਨਹੀਂ ਸੀ। ਮੈਂ ਬਹੁਤ ਪਰੇਸ਼ਾਨ ਹੋ ਗਿਆ ਅਤੇ ਸੋਚਿਆ ਕਿ ਆਖਰ ਸੀਮਾ ਕਿੱਥੇ ਜਾ ਸਕਦੀ ਹੈ। ਮੈਂ ਬਾਹਰ ਨਿਕਲ ਗਿਆ ਅਤੇ ਮੈਂ ਜੂਨੀਅਰ ਡਾਕਟਰ ਨੂੰ ਸੀਮਾ ਦੇ ਬਾਰੇ ਵਿੱਚ ਪੁੱਛਿਆ ਤਾਂ ਉਸਨੇ ਮਨਾ ਕਰ ਦਿੱਤਾ। ਮੈਂ ਆਪਣੇ ਚਿਹਰੇ 'ਤੇ ਮਾਸਕ ਲਗਾ ਕੇ ਉਸ ਨਰਸ ਕੋਲ ਗਿਆ ਜੋ ਸੀਮਾ ਦੇ ਕਮਰੇ ਦੇ ਬਾਹਰ ਚੱਕਰ ਲਗਾਉਂਦੀ ਸੀ। ਮੈਂ ਉਸਨੂੰ ਪੁੱਛਿਆ ਕਿ ਇਸ ਕਮਰੇ ਦਾ ਮਰੀਜ਼ ਕਿੱਥੇ ਹੈ, ਤਾਂ ਉਹ ਬੋਲੀ ਜਿੱਥੇ ਰੋਜ਼ ਜਾਂਦੀ ਹੈ, ਅੱਜ ਵੀ ਉੱਥੇ ਹੀ ਗਈ ਹੈ। ਮੈਨੂੰ ਲੱਗਿਆ ਕਿ ਮੈਂ ਜ਼ਿਆਦਾ ਕੁਝ ਸੁਣ ਨਹੀਂ ਸਕਾਂਗਾ। ਮੈਂ ਧੜਕਦੇ ਦਿਲ ਨਾਲ ਉਸਨੂੰ ਪੁੱਛਿਆ ਕਿ ਆਖਿਰ ਉਹ ਕਿੱਥੇ ਜਾਂਦੀ ਹੈ, ਤਾਂ ਨਰਸ ਮੁਸਕਰਾਉਂਦੇ ਹੋਏ ਬੋਲੀ, ਜ਼ਿਆਦਾ ਹੁਸ਼ਿਆਰ ਨਾ ਬਣੋ, ਤੁਹਾਨੂੰ ਵੀ ਤਾਂ ਸਭ ਕੁਝ ਪਤਾ ਹੈ। ਮੈਨੂੰ ਕਿਉਂ ਫਸਾ ਰਹੇ ਹੋ? ਤੁਸੀਂ ਵੀ ਤਾਂ ਆਪਣਾ ਹਿੱਸਾ ਲੈ ਰਹੇ ਹੋ। ਇਹ ਸਭ ਕੁਝ ਮੇਰੇ ਲਈ ਬਰਦਾਸ਼ਤ ਤੋਂ ਬਾਹਰ ਹੁੰਦਾ ਜਾ ਰਿਹਾ ਸੀ। ਮੈਂ ਜੂਨੀਅਰ ਡਾਕਟਰ ਨੂੰ ਉਸਦੀ ਵਰਦੀ ਵਾਪਸ ਕਰ ਦਿੱਤੀ ਅਤੇ ਆਪ ਆਪਣੇ ਕੱਪੜੇ ਪਾ ਕੇ ਵਾਪਸ ਹਸਪਤਾਲ ਦੇ ਬੈਂਚ ਉੱਤੇ ਜਾ ਕੇ ਬੈਠ ਗਿਆ। ਮੈਂ ਪਲਕ ਤੱਕ ਨਹੀਂ ਝਪਕੀ। ਮੈਂ ਦੇਖਣਾ ਚਾਹੁੰਦਾ ਸੀ ਕਿ ਆਖਿਰ ਸੀਮਾ ਕਿੱਥੇ ਤੋਂ ਵਾਪਸ ਆਵੇਗੀ, ਪਰ ਸਵੇਰ ਦੇ 9 ਵੱਜ ਗਏ, ਸੀਮਾ ਹਸਪਤਾਲ ਨਹੀਂ ਆਈ। ਜਦੋਂ ਇੱਕ ਨਰਸ ਮੇਰੇ ਕੋਲੋਂ ਲੰਘੀ ਤਾਂ ਮੈਂ ਉਸਨੂੰ ਕਿਹਾ ਕਿ ਮੈਂ ਆਪਣੀ ਪਤਨੀ ਨੂੰ ਮਿਲ ਕੇ ਆਫਿਸ ਜਾਣਾ ਚਾਹੁੰਦਾ ਹਾਂ। ਤਾਂ ਉਹ ਕਹਿਣ ਲੱਗੀ, ਤੁਸੀਂ ਜਾ ਕੇ ਮਿਲ ਸਕਦੇ ਹੋ, ਤੁਹਾਡੇ ਕੋਲ 10 ਮਿੰਟ ਹਨ। ਮੈਂ ਫਟਾਫਟ ਸੀਮਾ ਦੇ ਕਮਰੇ ਵਿੱਚ ਗਿਆ ਤਾਂ ਸੀਮਾ ਆਪਣੇ ਬੈੱਡ 'ਤੇ ਮੌਜੂਦ ਸੀ। ਉਸਨੇ ਅੱਜ ਫਿਰ ਕੱਪੜੇ ਬਦਲੇ ਹੋਏ ਸਨ ਅਤੇ ਹਰ ਰੋਜ਼ ਦੀ ਤਰ੍ਹਾਂ ਉਸਦੇ ਚਿਹਰੇ 'ਤੇ ਮੇਕਅਪ ਦੇ ਨਿਸ਼ਾਨ ਸਨ। ਹੁਣ ਮੇਰੀ ਸਮਝ ਵਿੱਚ ਸਾਰਾ ਮਾਮਲਾ ਆ ਚੁੱਕਿਆ ਸੀ ਕਿ ਜੋ ਕੋਈ ਵੀ ਸੀਮਾ ਨੂੰ ਰਾਤ ਨੂੰ ਬਿਸਤਰੇ ਤੋਂ ਅਗਵਾ ਕਰਦਾ ਹੈ, ਉਹ ਉਸ ਨੂੰ ਹਸਪਤਾਲ ਦੇ ਪਿਛਲੇ ਦਰਵਾਜ਼ੇ ਤੋਂ ਲੈ ਕੇ ਜਾਂਦਾ ਹੈ। ਇਸ ਲਈ ਮੈਂ ਇਹ ਫੈਸਲਾ ਕਰ ਲਿਆ ਸੀ ਕਿ ਹੁਣ ਮੈਂ ਹਸਪਤਾਲ ਦੇ ਪਿਛਲੇ ਦਰਵਾਜ਼ੇ ਦੀ ਨਿਗਰਾਨੀ ਕਰਾਂਗਾ। ਮੈਂ ਹਸਪਤਾਲ ਵਾਲਿਆਂ ਨਾਲ ਇੱਕ ਚਾਲ ਚੱਲਣ ਦੀ ਕੋਸ਼ਿਸ਼ ਕੀਤੀ। ਮੈਂ ਸੀਮਾ ਦੇ ਕਮਰੇ ਵਿੱਚ ਗਿਆ ਅਤੇ ਉੱਥੇ 10 ਮਿੰਟ ਤੋਂ ਵੱਧ ਸਮੇਂ ਲਈ ਰੁਕਿਆ। ਮੈਨੂੰ ਪਤਾ ਸੀ ਕਿ ਹੁਣ ਜ਼ਰੂਰ ਕੋਈ ਡਾਕਟਰ ਮੈਨੂੰ ਇੱਥੋਂ ਕੱਢਣ ਲਈ ਆਵੇਗਾ। ਮੇਰੀ ਸੋਚ ਦੇ ਮੁਤਾਬਕ 12 ਮਿੰਟ ਬਾਅਦ ਉੱਥੇ ਇੱਕ ਡਾਕਟਰ ਕਮਰੇ ਵਿੱਚ ਆਇਆ ਅਤੇ ਕਹਿਣ ਲੱਗਿਆ, ਸਰ, ਹੁਣ ਤੁਹਾਨੂੰ ਇੱਥੋਂ ਤੋਂ ਜਾਣਾ ਹੋਵੇਗਾ। ਮਰੀਜ਼ ਕੋਲ ਇੰਨੀ ਜ਼ਿਆਦਾ ਦੇਰ ਤੱਕ ਰੁਕਣਾ ਠੀਕ ਨਹੀਂ ਹੈ। ਮੈਂ ਇਸ ਗੱਲ 'ਤੇ ਸਿਰ ਹਿਲਾ ਦਿੱਤਾ ਅਤੇ ਕਿਹਾ, ਡਾਕਟਰ ਸਾਹਿਬ, ਮੈਂ 2-3 ਦਿਨਾਂ ਲਈ ਆਪਣੇ ਪਿੰਡ ਜਾ ਰਿਹਾ ਹਾਂ, ਇਸ ਲਈ ਮੈਂ ਹਸਪਤਾਲ ਦੇ ਚੱਕਰ ਨਹੀਂ ਲਗਾ ਸਕਾਂਗਾ। ਇਸ ਲਈ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਮੇਰੀ ਪਤਨੀ ਦਾ ਖਿਆਲ ਰੱਖੋ। ਜੇਕਰ ਕੋਈ ਵੀ ਐਮਰਜੈਂਸੀ ਹੋਵੇ ਤਾਂ ਮੈਨੂੰ ਫ਼ੋਨ ਕਰਕੇ ਬੁਲਾ ਲਿਓ। ਡਾਕਟਰ ਨੇ ਮੈਨੂੰ ਕਿਹਾ ਕਿ ਉਹ ਸੀਮਾ ਦਾ ਖਿਆਲ ਰੱਖਣਗੇ, ਤਾਂ ਮੈਂ ਉਹਨਾਂ ਨੂੰ ਮਿਲ ਕੇ ਹਸਪਤਾਲ ਤੋਂ ਬਾਹਰ ਆ ਗਿਆ। ਮੈਂ ਆਫਿਸ ਚਲਾ ਗਿਆ ਅਤੇ ਸ਼ਾਮ ਨੂੰ ਜਦੋਂ ਮੈਂ ਆਫਿਸ ਤੋਂ ਵਾਪਸ ਆਇਆ ਤਾਂ ਆਪਣਾ ਭੇਸ ਬਦਲ ਕੇ, ਚਿਹਰੇ 'ਤੇ ਮਾਸਕ ਲਗਾ ਕੇ ਹਸਪਤਾਲ ਦੇ ਪਿਛਲੇ ਹਿੱਸੇ ਵਿੱਚ ਆ ਕੇ ਬੈਠ ਗਿਆ। ਥੋੜ੍ਹੀ ਹੀ ਦੇਰ ਹੋਈ ਸੀ ਕਿ ਮੈਂ ਕੁਝ ਅਜਿਹਾ ਦੇਖਿਆ ਜਿਸ ਨੂੰ ਦੇਖ ਕੇ ਮੈਂ ਸੁੰਨ ਰਹਿ ਗਿਆ। ਸੀਮਾ ਆਪਣੇ ਪੈਰਾਂ 'ਤੇ ਤੁਰ ਕੇ ਹਸਪਤਾਲ ਤੋਂ ਬਾਹਰ ਨਿਕਲ ਰਹੀ ਸੀ। ਫਿਰ ਉਹ ਇੱਕ ਵੱਡੀ ਸਾਰੀ ਗੱਡੀ ਵਿੱਚ ਬੈਠ ਕੇ ਚਲੀ ਗਈ। ਇਹ ਪਲ ਮੇਰੇ ਲਈ ਬਹੁਤ ਦਰਦ ਵਾਲਾ ਸੀ। ਦੁੱਖ, ਦਰਦ, ਪਰੇਸ਼ਾਨੀ, ਹਰ ਚੀਜ਼ ਨੇ ਮੇਰੇ ਉੱਤੇ ਹਮਲਾ ਕਰ ਦਿੱਤਾ ਸੀ। ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਇੱਥੇ ਬੈਠ ਕੇ ਚੀਕਾਂ ਮਾਰ-ਮਾਰ ਕੇ ਰੋਣਾ ਸ਼ੁਰੂ ਕਰ ਦੇਵਾਂ, ਪਰ ਮੇਰਾ ਸੀਮਾ ਦੇ ਪਿੱਛੇ ਜਾਣਾ ਵੀ ਜ਼ਰੂਰੀ ਸੀ। ਇਸ ਲਈ ਮੈਂ ਉਸਦੀ ਗੱਡੀ ਦਾ ਪਿੱਛਾ ਕਰਨ ਲੱਗਿਆ। ਅੱਜ ਮੇਰੀ ਜ਼ਿੰਦਗੀ ਦਾ ਸਭ ਤੋਂ ਬੁਰਾ ਦਿਨ ਸੀ, ਜੋ ਮੈਨੂੰ ਸਦਮੇ 'ਤੇ ਸਦਮਾ ਮਿਲਦਾ ਜਾ ਰਿਹਾ ਸੀ। ਸੀਮਾ ਦੀ ਗੱਡੀ ਦਾ ਪਿੱਛਾ ਕਰਦੇ-ਕਰਦੇ ਮੈਂ ਉੱਥੇ ਪਹੁੰਚਿਆ ਜਿੱਥੋਂ ਮੈਂ ਉਸਨੂੰ ਕੱਢ ਕੇ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਇਆ ਸੀ। ਮੈਂ ਉਸਨੂੰ ਇੱਜ਼ਤ ਦਿੱਤੀ ਸੀ, ਆਪਣੇ ਘਰ ਦੀ ਸੁਰੱਖਿਅਤ ਚਾਰਦੀਵਾਰੀ ਦਿੱਤੀ ਸੀ, ਪਰ ਉਸਨੇ ਇਹ ਕੀ ਕੀਤਾ? ਉਹ ਜਿਸ ਗੰਦਗੀ ਵਿੱਚੋਂ ਨਿਕਲੀ ਸੀ, ਫਿਰ ਉੱਥੇ ਵਾਪਸ ਚਲੀ ਗਈ ਸੀ। ਜਦੋਂ ਸੀਮਾ ਕੋਠੇ ਵਿੱਚ ਗਈ ਤਾਂ ਉਸਦੇ 10-15 ਮਿੰਟ ਬਾਅਦ ਮੈਂ ਵੀ ਉਸ ਕੋਠੇ ਵਿੱਚ ਦਾਖਲ ਹੋ ਗਿਆ। ਮੈਂ ਆਪਣਾ ਭੇਸ ਬਦਲਿਆ ਹੋਇਆ ਸੀ, ਇਸ ਲਈ ਮੈਨੂੰ ਕੋਈ ਵੀ ਆਸਾਨੀ ਨਾਲ ਪਹਿਚਾਣ ਨਹੀਂ ਸਕਦਾ ਸੀ। ਮੈਂ ਅੰਦਰ ਜਾ ਕੇ ਦੇਖਿਆ ਕਿ ਸੀਮਾ ਨੱਚ ਰਹੀ ਸੀ। ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਉੱਠ ਕੇ ਉਸਦੇ ਇੱਕ ਜ਼ੋਰਦਾਰ ਥੱਪੜ ਮਾਰ ਦੇਵਾਂ,
ਪਰ ਮੈਂ ਸਬਰ ਕੀਤਾ। ਮੈਂ ਜਾਣਨਾ ਚਾਹੁੰਦਾ ਸੀ ਕਿ ਆਖਰ ਸੀਮਾ ਇਹ ਸਭ ਕੁਝ ਕਿਉਂ ਕਰ ਰਹੀ ਸੀ। ਉਸਨੇ ਮੈਨੂੰ ਧੋਖਾ ਕਿਉਂ ਦਿੱਤਾ? ਜੇਕਰ ਉਸਨੂੰ ਨੱਚਣ ਦਾ ਇੰਨਾ ਹੀ ਸ਼ੌਂਕ ਸੀ ਤਾਂ ਉਸਨੇ ਮੇਰੇ ਸਾਹਮਣੇ ਚੰਗੀ ਬਣਨ ਦਾ ਨਾਟਕ ਕਿਉਂ ਕੀਤਾ? ਡਾਂਸ ਦੇਰ ਤੱਕ ਚੱਲਦਾ ਰਿਹਾ। ਸਵੇਰੇ 4 ਵਜੇ ਦੇ ਕਰੀਬ ਸਭ ਆਪਣੇ ਆਪਣੇ ਘਰਾਂ ਨੂੰ ਵਾਪਸ ਜਾਣ ਲੱਗੇ, ਪਰ ਮੈਂ ਉੱਥੋਂ ਨਾ ਉੱਠਿਆ। ਜਦੋਂ ਸਾਰਾ ਹਾਲ ਖਾਲੀ ਹੋ ਗਿਆ ਤਾਂ ਮੈਂ ਉੱਠ ਕੇ ਸੀਮਾ ਦੇ ਸਾਹਮਣੇ ਖੜਾ ਹੋ ਗਿਆ। ਮੈਂ ਆਪਣੇ ਚਿਹਰੇ ਤੋਂ ਮਾਸਕ ਹਟਾਇਆ ਤਾਂ ਮੈਨੂੰ ਦੇਖ ਕੇ ਹੈਰਾਨ ਹੋ ਗਈ। ਉਸਦਾ ਚਿਹਰਾ ਲਾਲ ਹੋ ਚੁੱਕਿਆ ਸੀ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ। ਮੈਂ ਰੋਂਦੇ ਹੋਏ ਕਿਹਾ ਕਿ ਸੀਮਾ, ਜੇਕਰ ਤੂੰ ਇਹ ਸਭ ਕੁਝ ਨਹੀਂ ਛੱਡ ਸਕਦੀ ਸੀ ਤਾਂ ਤੂੰ ਮੈਨੂੰ ਕਿਉਂ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰ ਲਵਾਂ? ਮੈਂ ਆਪਣੇ ਮਾਂ-ਬਾਪ ਦਾ ਵੀ ਦਿਲ ਦੁਖਾਇਆ, ਪਰ ਤੂੰ ਫਿਰ ਵੀ ਮੇਰੀ ਨਹੀਂ ਹੋਈ। ਸੀਮਾ ਵੀ ਰੋਣ ਲੱਗੀ। ਰੋਂਦੇ ਰੋਂਦੇ ਉਹ ਬੋਲੀ, ਕੁਝ ਲੋਕ ਮੇਰੇ ਵਰਗੇ ਹੁੰਦੇ ਹਨ ਜਿਨ੍ਹਾਂ ਦੀ ਕਿਸਮਤ ਵਿੱਚ ਇੱਜ਼ਤ ਹੁੰਦੀ ਹੀ ਨਹੀਂ ਹੈ। ਮੈਂ ਤੁਹਾਡੇ ਨਾਲ ਵਿਆਹ ਕਰਕੇ ਬਹੁਤ ਖੁਸ਼ ਸੀ ਕਿ ਹੁਣ ਮੈਨੂੰ ਕਿਸੇ ਦੇ ਸਾਹਮਣੇ ਨੱਚਣਾ ਨਹੀਂ ਪਵੇਗਾ। ਮੈਂ ਇੱਜ਼ਤ ਦੀ ਜ਼ਿੰਦਗੀ ਗੁਜ਼ਾਰਾਂਗੀ। ਪਰ ਫਿਰ ਕੁਝ ਅਜਿਹਾ ਹੋਇਆ ਕਿ ਮੈਂ ਮਜਬੂਰ ਹੋ ਕੇ ਫਿਰ ਇਸ ਕੋਠੇ 'ਤੇ ਆ ਗਈ। ਮੈਂ ਗੁੱਸੇ ਵਿੱਚ ਜ਼ੋਰ ਨਾਲ ਚੀਖਦੇ ਹੋਏ ਪੁੱਛਿਆ, ਮੈਨੂੰ ਵੀ ਤਾਂ ਪਤਾ ਲੱਗੇ ਤੈਨੂੰ ਅਜਿਹੀ ਕਿਹੜੀ ਮਜਬੂਰੀ ਸੀ ਜੋ ਤੈਨੂੰ ਵਾਪਸ ਇੱਥੇ ਆਉਣਾ ਪਿਆ। ਤਾਂ ਉਹ ਕਹਿਣ ਲੱਗੀ, ਤੁਹਾਡੇ ਤੋਂ ਪਹਿਲਾਂ ਇੱਕ ਸੇਠ ਮੇਰੀ ਜ਼ਿੰਦਗੀ ਵਿੱਚ ਸੀ। ਉਹ ਮੇਰੇ ਡਾਂਸ ਦਾ ਬਹੁਤ ਸ਼ੌਕੀਨ ਸੀ। ਉਸਨੇ ਮੇਰੇ ਉੱਪਰ ਪਾਣੀ ਦੀ ਤਰ੍ਹਾਂ ਪੈਸਾ ਬਹਾਇਆ ਸੀ। ਸਵੀਤਾ ਉਸਨੂੰ ਜ਼ੁਬਾਨ ਦੇ ਬੈਠੀ ਸੀ ਕਿ ਮੈਂ ਉਸਦੇ ਸਿਵਾਏ ਕਿਸੇ ਹੋਰ ਦੇ ਸਾਹਮਣੇ ਨਹੀਂ ਨੱਚਾਂਗੀ। ਪਰ ਫਿਰ ਅਚਾਨਕ ਉਹ ਸੇਠ ਗਾਇਬ ਹੋ ਗਿਆ। ਉਸਨੇ ਮੇਰੇ ਲਈ ਪੈਸੇ ਭੇਜਣੇ ਬੰਦ ਕਰ ਦਿੱਤੇ। ਸਵੀਤਾ ਨੇ 2 ਮਹੀਨੇ ਇੰਤਜ਼ਾਰ ਕੀਤਾ, ਪਰ ਜਦੋਂ ਉਸਦੇ ਵੱਲੋਂ ਕੋਈ ਜਵਾਬ ਨਹੀਂ ਆਇਆ ਤਾਂ ਉਹਨਾਂ ਨੇ ਮੈਨੂੰ ਫੇਰ ਭਰੀ ਮਹਿਫਿਲ ਵਿੱਚ ਡਾਂਸ ਕਰਵਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਦਿਨਾਂ ਵਿੱਚ ਮੇਰੀ ਨਜ਼ਰ ਤੁਹਾਡੇ 'ਤੇ ਗਈ। ਤੁਸੀਂ ਇੱਕ ਦਿਨ ਮੇਰਾ ਡਾਂਸ ਦੇਖਣ ਆਏ ਸੀ। ਤੁਸੀਂ ਮੈਨੂੰ ਬਹੁਤ ਚੰਗੇ ਲੱਗੇ ਅਤੇ ਸਾਡੇ ਦੋਵਾਂ ਦਾ ਪਿਆਰ ਸਿਰੇ ਚੜ੍ਹ ਗਿਆ। ਤੁਸੀਂ ਮੈਨੂੰ 7 ਲੱਖ ਰੁਪਏ ਦੇ ਕੇ ਖਰੀਦ ਲਿਆ। ਪਰ ਸਾਡੇ ਵਿਆਹ ਦੇ 2 ਮਹੀਨੇ ਬਾਅਦ ਹੀ ਉਹ ਸੇਠ ਵਾਪਸ ਆ ਗਿਆ। ਉਸਨੇ ਸਵੀਤਾ ਮੈਡਮ ਨੂੰ ਕਿਹਾ, ਜੇਕਰ ਮੈਂ ਦੁਬਾਰਾ ਡਾਂਸ ਨਾ ਕਰਨ ਲੱਗੀ ਤਾਂ ਉਹ ਮੇਰੇ ਪਤੀ ਨੂੰ ਜਾਨ ਤੋਂ ਮਾਰ ਦੇਵੇਗਾ ਅਤੇ ਸਵੀਤਾ ਦੇ ਟੁਕੜੇ ਟੁਕੜੇ ਕਰਕੇ ਕੁੱਤਿਆਂ ਨੂੰ ਪਾ ਦੇਵੇਗਾ। ਮੈਂ ਕਿਵੇਂ ਬਰਦਾਸ਼ਤ ਕਰ ਸਕਦੀ ਸੀ ਕਿ ਮੇਰਾ ਪਤੀ ਮੇਰੇ ਤੋਂ ਦੂਰ ਹੋ ਜਾਵੇ। ਮੈਂ ਤੁਹਾਡੀ ਜਾਨ ਬਚਾਉਣ ਲਈ ਉਸ ਸੇਠ ਦੀ ਗੱਲ ਮੰਨ ਲਈ। ਉਹ ਮੈਨੂੰ ਜਿਵੇਂ ਕਹਿੰਦਾ ਗਿਆ ਮੈਂ ਉਸੇ ਤਰ੍ਹਾਂ ਹੀ ਕਰਦੀ ਗਈ। ਉਸਨੇ ਮੈਨੂੰ ਕਿਹਾ ਕਿ ਮੈਂ ਤੁਹਾਡੇ ਤੋਂ ਦੂਰ ਹੋ ਜਾਵਾਂ ਅਤੇ ਹਰ ਰਾਤ ਸਿਰਫ ਉਸਦੇ ਸਾਹਮਣੇ ਨੱਚਾਂ। ਇਸ ਲਈ ਮੈਂ ਆਪਣੇ ਝੂਠੇ ਐਕਸੀਡੈਂਟ ਦਾ ਬਹਾਨਾ ਕੀਤਾ ਅਤੇ ਇੱਕ ਡਾਕਟਰ ਨੂੰ ਆਪਣੇ ਨਾਲ ਮਿਲਾ ਲਿਆ ਅਤੇ ਫਿਰ ਮੈਂ ਹਸਪਤਾਲ ਦੀਆਂ ਨਰਸਾਂ ਨੂੰ ਵੀ ਆਪਣੇ ਨਾਲ ਮਿਲਾ ਲਿਆ ਸੀ। ਉਸ ਸੇਠ ਦੇ ਕਹਿਣ 'ਤੇ ਮੈਂ ਫਿਰ ਤੋਂ ਕੋਠੇ 'ਤੇ ਨੱਚਣਾ ਸ਼ੁਰੂ ਕਰ ਦਿੱਤਾ ਤਾਂ ਜੋ ਉਸਦਾ ਧਿਆਨ ਤੁਹਾਡੇ ਉੱਤੋਂ ਹਟ ਜਾਵੇ। ਮੇਰੇ ਲਈ ਇਹੀ ਬਹੁਤ ਸੀ ਕਿ ਤੁਸੀਂ ਹਰ ਰੋਜ਼ 10 ਮਿੰਟ ਲਈ ਮੇਰੇ ਕੋਲ ਆ ਜਾਂਦੇ ਸੀ ਅਤੇ ਮੈਂ ਤੁਹਾਡਾ ਚਿਹਰਾ ਦੇਖ ਲੈਂਦੀ ਸੀ। ਤੁਹਾਡੀ ਖਬਰ ਮੇਰੇ ਤੱਕ ਪਹੁੰਚ ਜਾਂਦੀ ਸੀ। ਮੈਂ ਸੀਮਾ ਨੂੰ ਪੁੱਛਿਆ, ਤੂੰ ਦੱਸ ਕਿ ਤੂੰ ਆਪਣੀ ਜ਼ਿੰਦਗੀ ਤੋਂ ਖੁਸ਼ ਹੈ? ਤਾਂ ਰੋਂਦੀ ਹੋਈ ਬੋਲੀ, ਹੁਣ ਮੈਂ ਇੱਜ਼ਤ ਦੀ ਜ਼ਿੰਦਗੀ ਦਾ ਮਜ਼ਾ ਲੈ ਚੁੱਕੀ ਹਾਂ, ਇਸ ਲਈ ਮੈਨੂੰ ਇਹ ਮਜਬੂਰੀ ਦੀ ਜ਼ਿੰਦਗੀ ਚੰਗੀ ਨਹੀਂ ਲੱਗਦੀ। ਮੇਰਾ ਦਿਲ ਕਰਦਾ ਹੈ ਕਿ ਹੁਣ ਇਹ ਸੇਠ ਫੇਰ ਤੋਂ ਗਾਇਬ ਹੋ ਜਾਵੇ ਅਤੇ ਮੈਂ ਤੁਹਾਡੀ ਜ਼ਿੰਦਗੀ ਵਿੱਚ ਵਾਪਸ ਆ ਜਾਵਾਂ। ਮੈਂ ਸੀਮਾ ਦਾ ਹੱਥ ਫੜ ਕੇ ਕਿਹਾ ਕਿ ਮੇਰੀ ਇੱਕ ਗੱਲ ਤੂੰ ਹਮੇਸ਼ਾ ਯਾਦ ਰੱਖੀਂ, ਬਾਹਰ ਦੇ ਲੋਕ ਉਹਨਾਂ ਨੂੰ ਤੋੜਨ ਵਿੱਚ ਕਾਮਯਾਬ ਹੋ ਜਾਂਦੇ ਹਨ ਜੋ ਆਪਣੇ ਘਰ ਵਾਲਿਆਂ ਤੋਂ ਗੱਲਾਂ ਲੁਕਾਉਂਦੇ ਹਨ। ਜੇਕਰ ਤੂੰ ਇਹ ਸੇਠ ਵਾਲੀ ਗੱਲ ਮੈਨੂੰ ਪਹਿਲਾਂ ਦੱਸ ਦਿੰਦੀ ਤਾਂ ਮੈਂ ਇਸ ਦਾ ਕੋਈ ਨਾ ਕੋਈ ਹੱਲ ਕੱਢ ਲੈਂਦਾ। ਕਦੇ ਤੈਨੂੰ ਵੀ ਇੰਨੀ ਪਰੇਸ਼ਾਨੀ ਨਾ ਹੁੰਦੀ। ਮੈਂ ਸੀਮਾ ਨੂੰ ਤਸੱਲੀ ਦਿੱਤੀ ਅਤੇ ਉਸ ਸੇਠ ਦੇ ਖਿਲਾਫ FIR ਦਰਜ ਕਰਵਾਈ ਅਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਹੁਣ ਮੈਂ ਆਪਣੇ ਵਾਅਦੇ ਦੇ ਮੁਤਾਬਕ ਆਪਣੇ ਪਿੰਡ ਵਾਪਸ ਆ ਗਿਆ ਸੀ। ਮੇਰੇ ਮਾਂ-ਬਾਪ ਨੇ ਵੀ ਖੁੱਲ੍ਹੇ ਦਿਲ ਨਾਲ ਸੀਮਾ ਨੂੰ ਆਪਣੀ ਬਹੂ ਸਵੀਕਾਰ ਕਰ ਲਿਆ ਸੀ ਅਤੇ ਸੀਮਾ ਨੇ ਵੀ ਆਪਣੇ ਆਪ ਨੂੰ ਪਿੰਡ ਦੇ ਮਾਹੌਲ ਅਨੁਸਾਰ ਢਾਲ ਲਿਆ ਸੀ। ਇਸ ਤਰ੍ਹਾਂ ਸਾਡੇ ਦੋਵਾਂ ਦੀ ਜ਼ਿੰਦਗੀ ਫਿਰ ਇੱਕ ਵਾਰ ਸਹੀ ਰਸਤੇ 'ਤੇ ਆ ਗਈ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਦਬਾ ਕੇ ਆਲ 'ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਤੁਰੰਤ ਮਿਲ ਜਾਵੇ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।